ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਸਾਨੂੰ ਧਰਮਖੰਡ ਦੇ ਬਾਰੇ ਵੀ ਜਾਣਕਾਰੀ ਮਿਲ ਗਈ ਤੇ ਧਰਮਖੰਡ ਤੋਂ ਅੱਗੇ ਜਿਹੜਾ ਗਿਆਨ ਖੰਡ ਹੈ, ਜਿੱਥੇ ਜਾ ਕੇ ਵਾਹਿਗੁਰੂ ਦੀ ਵਿਆਪਕ ਸ੍ਰਿਸ਼ਟੀ ਦਾ ਅਨੁਭਵ ਉਦੇ ਹੁੰਦਾ ਹੈ, ਉਹਦੇ ਬਾਰੇ ਵੀ ਆਪ ਜੀ ਦੀ ਕਿਰਪਾ ਦੁਆਰਾ ਕੁਝ ਪਤਾ ਲੱਗ ਗਿਆ ਹੈ। ਹੁਣ ਜਿਹੜੀ ਗਿਆਨ ਖੰਡ ਤੋਂ ਅਗਲੀ ਸਟੇਜ ਹੈ, ਉਹਦੇ ਬਾਰੇ ਸਾਨੂੰ ਚਾਨਣਾ ਪਾਓ। ਗਿਆਨ ਖੰਡ ਤੋਂ ਅਗਲੀ ਸਟੇਜ ਹੈ ਸਰਮ ਖੰਡ ਦੀ। ਜਿਹੜਾ ਸਰਮ ਸ਼ਬਦ ਹੈ, ਇਹ ਫਾਰਸੀ ਦਾ ਸ਼ਰਮ ਸ਼ਬਦ ਦਾ ਪੰਜਾਬੀ 'ਚ ਇਹ ਸਰਮ ਰੂਪ ਗੁਰੂ ਮਹਾਰਾਜ ਨੇ ਲਿਖਿਆ। ਕਈ ਵਿਦਵਾਨਾਂ ਦਾ ਇਹ ਖਿਆਲ ਹੈ ਵੀ ਜਿਹੜਾ ਸ਼ਰਮ ਲਫ਼ਜ਼ ਹੈ ਔਰ ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਦਾ ਸ਼ਬਦ ਸ਼ਰਮ ਸ਼ਬਦ ਆਉਂਦਾ, ਉਹਦਾ ਅਰਥ ਹੁੰਦਾ ਮਿਹਨਤ ਕਰਨੀ, ਮੁਸ਼ੱਕਤ ਕਰਨੀ। ਪਰ ਇੱਥੇ ਸ਼ਰਮ ਫਾਰਸੀ ਦਾ ਲਫ਼ਜ਼ ਹੀ ਸਮਝਣਾ। ਜਿੱਥੇ ਉਹ ਸੰਸਕ੍ਰਿਤ ਦਾ ਸ਼ਬਦ ਹੁੰਦਾ, ਉੱਥੇ ਪੈਰ ਵਿੱਚ ਰਾਰਾ ਹੁੰਦਾ ਸੱਸੇ ਦੇ, ਉਹ ਸ਼ਰਮ ਬਣਦਾ, ਜਿਸ ਦਾ ਅਰਥ ਹੁੰਦਾ ਮਿਹਨਤ। ਪਰ ਇੱਥੇ ਸਰਮ ਗੁਰੂ ਮਹਾਰਾਜ ਨੇ ਬਰਾਬਰ ਰਾਰੇ ਦੇ ਨਾਲ ਇਹ ਸ਼ਬਦ ਲਿਖਿਆ। ਇੱਥੇ ਫਾਰਸੀ ਦਾ ਲਫ਼ਜ਼ ਸਮਝ ਕੇ ਜਿਹੜੇ ਵੈਰਾਗੀ ਪੁਰਸ਼ ਨੇ, ਬੀਤਰਾਗ ਮਹਾਂਪੁਰਖ ਨੇ, ਉਹ ਸ਼ਰਮਖੰਡ ਦੇ ਵਿੱਚ ਪ੍ਰਵੇਸ਼ ਕਰਦੇ ਨੇ, ਜਿਨ੍ਹਾਂ ਨੇ ਸੰਸਾਰ ਦਾ ਮੋਹ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਪਰਲੋਕ ਦੇ, ਇੰਦਰ ਲੋਕ ਦੇ, ਬ੍ਰਹਮ ਲੋਕ ਦੇ ਪਦਾਰਥਾਂ ਦੀ ਵੀ ਇੱਛਾ ਨਹੀਂ ਰਹੀ। ਉਹ ਮਹਾਂਪੁਰਖ ਫਿਰ ਉਹ ਸਰਮਖੰਡ ਦੇ ਵਾਸੀ ਹੁੰਦੇ ਨੇ। ਲੋ ਸਰਮਖੰਡ ਦੀ ਕਿਹੋ ਜਿਹੀ ਅਵਸਥਾ ਹੁੰਦੀ ਹੈ, ਉਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਜਿਹੜਾ ਤੀਸਰਾ ਸਰਮਖੰਡ ਹੈ, ਉਹਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਗੁਰਮੁਖੋ, ਜਦੋਂ ਮਨੁੱਖ ਗਿਆਨ ਖੰਡ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਗਿਆਨ ਪ੍ਰਚੰਡ, ਫਿਰ ਉੱਥੇ ਹੋਰ ਬੜਾ ਤੇਜਸਵੀ ਗਿਆਨ ਪ੍ਰਗਟ ਹੋ ਜਾਂਦਾ ਹੈ। ਗਿਆਨ ਖੰਡ ਦੇ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਜਦੋਂ ਮਨੁੱਖ ਫਿਰ ਵੀ ਨਾਮ ਸਿਮਰਨ ਦੀ ਘਾਲਣਾ ਘਾਲਦਾ ਹੈ ਤੇ ਫਿਰ ਉਹਦਾ ਗਿਆਨ ਹੋਰ ਅੱਗੇ ਪ੍ਰਚੰਡ ਹੋ ਜਾਂਦਾ ਹੈ, ਉਹਦਾ ਗਿਆਨ ਹੋਰ ਅੱਗੇ ਤੇਜਸਵੀ ਹੋ ਜਾਂਦਾ ਹੈ, ਉਸ ਦਾ ਗਿਆਨ ਹੋਰ ਵੀ ਵਧੇਰੇ ਪ੍ਰਜਵਲਿਤ ਹੋ ਜਾਂਦਾ ਹੈ। ਇੱਕ ਤਾਂ ਜਿਵੇਂ ਕੋਈ ਦੀਵਾ ਬਲਦਾ, ਉਹ ਵੀ ਪ੍ਰਕਾਸ਼ ਕਰਦਾ, ਪਰ ਜਦੋਂ ਕਿਸੇ ਥਾਂ ਲਾਂਬੂ ਲੱਗ ਜਾਵੇ ਫਿਰ ਅੱਗ ਦਾ ਭਾਂਬੜ ਬਲਦਾ। ਇਹ ਪ੍ਰਚੰਡ ਦਾ ਅਰਥ ਹੈ ਅੱਗ ਦਾ ਭਾਂਬੜ ਜਿਵੇਂ ਬਲੇ। ਇਸ ਤਰ੍ਹਾਂ ਗਿਆਨ ਖੰਡ ਦੇ ਵਿੱਚ ਜਦੋਂ ਗਿਆਨ ਦਾ ਭਾਂਬੜ ਬਲਦਾ ਹੈ, ਭਾਵ ਬਹੁਤਾ ਤੇਜਸਵੀ ਗਿਆਨ ਪ੍ਰਗਟ ਹੁੰਦਾ ਹੈ, ਫਿਰ ਉਸ ਤੋਂ ਅਗਲੀ ਸਟੇਜ ਕਿਹੜੀ ਆਉਂਦੀ, ਹਜ਼ੂਰ ਫਰਮਾਉਂਦੇ ਹਨ, ਤਿੱਥੈ ਨਾਦ ਬਿਨੋਦ ਕੋੜ ਆਨੰਦ। ਹਜ਼ੂਰ ਕਹਿੰਦੇ ਨੇ ਫਿਰ ਉੱਥੇ ਕਰੋੜਾਂ ਹੀ, ਨਾਦ ਦਾ ਅਰਥ ਹੈ ਸੰਗੀਤ ਦੇ ਸ਼ਬਦ, ਸੁਣਾਈ ਦਿੰਦੇ ਨੇ। ਆਮ ਤੌਰ ਤੇ ਜਿਹੜੇ ਯੋਗੀ ਨੇ ਉਹਨਾਂ ਨੇ 5 ਸ਼ਬਦਾਂ ਦੇ ਬਾਰੇ ਲਿਖਿਆ ਹੈ, ਤਤ ਤੰਤੀ ਬਿਦ ਚਰਮ ਕਾ ਕਨਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿ ਸਵਾ ਸੁਖਰ ਪਹਿਚਾਨ। ਯੋਗੀ ਲੋਕ ਕਹਿੰਦੇ ਨੇ ਜਦੋਂ ਮਨੁੱਖ ਪ੍ਰਾਣਾਯਾਮ ਕਰਦਾ ਹੈ, ਉਹਦੇ ਸਵਾਸ 10ਵੇਂ ਦੁਆਰ ਦੇ ਵਿੱਚ ਚੜ੍ਹਦੇ ਨੇ, ਉੱਥੇ ਉਹਨੂੰ 5 ਸ਼ਬਦ ਸੰਗੀਤ ਦੇ ਸੁਣਾਈ ਦਿੰਦੇ ਨੇ। ਤਤ ਤੰਤੀ, ਇੱਕ ਤਾਂ ਤੰਤੀ ਸਾਜ਼ਾਂ ਦਾ ਸ਼ਬਦ ਹੁੰਦਾ ਹੈ। ਆ ਜਿਹੜੇ ਤੰਤੀ ਸਾਜ਼ ਨੇ, ਇੱਕ ਚਮੜੇ ਦੇ ਸਾਜ਼ ਜਿਵੇਂ ਮਰਦੰਗ ਵੱਜਦੇ ਨੇ, ਇੱਕ ਉਹ ਹੁੰਦੇ ਨੇ। ਕਨ ਕਾਸੀ ਕਾ ਜਾਨ, ਤੇ ਕਾਸੀ ਜਿਵੇਂ ਘੜਿਆਲ ਹੁੰਦੀ ਹੈ, ਛੈਣੇ ਹੁੰਦੇ ਨੇ, ਇਹਨਾਂ ਦੀਆਂ ਧੁਨਾਂ ਉੱਥੇ ਸੁਣਾਈ ਦਿੰਦੀਆਂ ਨੇ। ਅਤੇ ਨਾਦ ਸ਼ਬਦ ਘਟ ਕੋ ਕਹਿ, ਜਿਹੜਾ ਘੜੇ ਦਾ ਸ਼ਬਦ, ਘੰਡਾ ਹੇੜੇ ਦਾ ਸ਼ਬਦ ਵੀ ਉੱਥੇ ਸੁਣਾਈ ਦਿੰਦੇ। ਸਵਾਸ ਸੁਖਰ ਪਹਿਚਾਨ, ਤੇ ਜਿਹੜੇ ਸਵਾਸਾਂ ਦੇ ਨਾਲ, ਫੂਕ ਦੇ ਨਾਲ, ਹਵਾ ਨਾਲ ਵੱਜਣ ਵਾਲੇ ਵਾਜੇ ਨੇ, ਬੰਸਰੀ, ਲੰਗੋਜੇ ਆਦਿਕ, ਉਹਨਾਂ ਦੀਆਂ ਵੀ ਧੁਨੀਆਂ ਉੱਥੇ ਸੁਣਾਈ ਦਿੰਦੀਆਂ ਨੇ। ਇਹ ਯੋਗੀਆਂ ਦੇ ਮਤ ਦੇ ਅਨੁਸਾਰ ਇਹ ਵਿਚਾਰ ਹੋ ਰਹੀ ਹੈ। ਤਿੱਥੈ ਨਾਦ ਬਿਨੋਦ ਕੋੜ ਆਨੰਦ। ਕਈ ਕਹਿੰਦੇ ਸਾਨੂੰ ਅਨਹਦ ਵਾਜੇ ਸੁਣਾਈ ਦਿੰਦੇ ਨੇ। ਉਹ ਟਿਕੀ ਸੁਰਤ ਦੇ ਵਿੱਚ ਇਸ ਤਰ੍ਹਾਂ ਇਹ ਕਈ ਸਾਜ਼ਾਂ ਦੀਆਂ ਧੁਨਾਂ ਉੱਥੇ ਸੁਣਾਈ ਦਿੰਦੀਆਂ ਨੇ।
ਤੇ ਇਧਰ ਗੁਰਮਤਿ ਦੇ ਅੰਦਰ ਵੀ ਜਦੋਂ ਕੋਈ ਗੁਰਮੁਖ ਸਿਮਰਨ ਦੇ ਵਿੱਚ ਬੈਠਦਾ ਹੈ ਤੇ ਗਿਆਨ ਖੰਡ ਦੇ ਵਿੱਚ ਜਾ ਕੇ ਪ੍ਰਚੰਡ ਗਿਆਨ ਨੂੰ ਹਾਸਲ ਕਰ ਲੈਂਦਾ ਹੈ ਤੇ ਫਿਰ ਉਹਦੀ ਸੁਰਤ ਆਤਮਿਕ ਮੰਡਲਾਂ ਦੇ ਵਿੱਚ ਹੋਰ ਉੱਚੀ ਉੱਠਦੀ ਹੈ। ਫਿਰ ਉੱਥੇ ਉਸ ਨੂੰ ਵਾਹਿਗੁਰੂ ਦੇ ਨਾਮ ਦੇ ਜਿਹੜੇ ਸੰਗੀਤਮਈ ਧੁਨੀ ਦੇ ਵਿੱਚ ਸ਼ਬਦ ਉਹ ਸੁਣਾਈ ਦਿੰਦੇ ਨੇ। ਇਹਦਾ ਮਤਲਬ ਇਹ ਹੈ, ਜਿਵੇਂ ਪਿੱਛੇ ਸੋਦਰ ਦੀ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਖਿਆ ਸੀ, ਗਾਵਹਿ ਤੁਹਨੋਂ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਾ ਹੈ, ਲਿਖ ਲਿਖ ਧਰਮ ਵਿਚਾਰੇ। ਵੀ ਪੌਣ ਵੀ, ਹਵਾ ਵੀ, ਪਾਣੀ ਵੀ, ਅਗਨੀ ਵੀ, ਧਰਮਰਾਜ ਵੀ, ਚਿੱਤਰ ਗੁਪਤ ਵੀ, ਤੇ ਇਹ ਸਾਰੇ ਹੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹੋਏ ਸੁਣਾਈ ਦਿੰਦੇ ਨੇ। ਨਾਦ ਦਾ ਅਰਥ ਹੈ ਬ੍ਰਹਮੰਡੀ ਕੀਰਤਨ, ਉਸ ਨੂੰ ਸੁਣਾਈ ਦਿੰਦਾ। ਉਹਨੂੰ ਇਉਂ ਜਾਪਦਾ ਹੈ ਜਿਵੇਂ ਪਸ਼ੂ ਪੰਛੀ ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਨੇ। ਜੋ ਬੋਲਤ ਹੈ ਮ੍ਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਸਰਮਖੰਡ ਦੀ ਅਵਸਥਾ ਹੈ, ਜਿੱਥੇ ਜਿੰਨਾ ਵੀ ਕੰਨਾਂ ਦੇ ਵਿੱਚ ਕੋਈ ਸ਼ਬਦ ਪੈਂਦਾ ਹੈ ਉਹਨੂੰ ਇਉਂ ਪ੍ਰਤੀਤ ਹੁੰਦਾ ਹੈ ਵੀ ਇਹ ਸਾਰੇ ਗੁਰਬਾਣੀ ਉਚਾਰਨ ਹੋ ਰਹੀ ਹੈ, ਇਹ ਨਾਮ ਜਪ ਰਹੇ ਨੇ। ਜੇਤਾ ਸੁਣਨਾ ਤੇਤਾ ਨਾਮ, ਉਹਨੂੰ ਇਉਂ ਮਹਿਸੂਸ ਹੁੰਦਾ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਵੀ ਸਾਰੇ ਜੀਵਾਂ ਦੇ ਵਿੱਚ ਪਰਮੇਸ਼ਰ ਬੋਲ ਰਿਹਾ ਹੈ, ਇਹ ਸਾਰੇ ਵਾਹਿਗੁਰੂ ਦਾ ਨਾਮ ਜਪ ਰਹੇ ਨੇ। ਇਸ ਤਰ੍ਹਾਂ ਉਹ ਸਰਮਖੰਡ ਦੀ ਅਵਸਥਾ ਦੇ ਵਿੱਚ ਉਹਨੂੰ ਵਾਹਿਗੁਰੂ ਦਾ ਨਾਮ ਤੇ ਬਾਣੀ ਦਾ ਅਨਹਦ ਸ਼ਬਦ ਸੁਣਾਈ ਦਿੰਦਾ ਹੈ। ਤਿੱਥੈ ਨਾਦ ਬਨੋਦ, ਜਿਹੜਾ ਬਨੋਦ ਸ਼ਬਦ ਹੈ ਇਹ ਦਰਸ਼ਨਾਂ ਦੇ ਆਨੰਦ ਨੂੰ ਕਹਿੰਦੇ ਨੇ। ਇੱਕ ਤਾਂ ਹੁਣ ਅਸੀਂ ਇਕੱਲਾ ਰੇਡੀਓ ਤੋਂ ਕੋਈ ਸੰਗੀਤ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਉਹਨੂੰ ਨਾਦ ਕਹਿੰਦੇ ਨੇ। ਫਿਰ ਉਹਨੂੰ ਜਿਹੜਾ ਸਾਹਮਣੇ ਤੱਕਣਾ ਹੈ ਇਹਨੂੰ ਬਨੋਦ ਕਹਿੰਦੇ ਨੇ। ਜਿਵੇਂ ਹੁਣ ਰੇਡੀਓ ਤੋਂ ਇਕੱਲੀ ਆਵਾਜ਼ ਸੁਣਾਈ ਦਿੰਦੀ ਹੈ, ਤੇ ਹੁਣ ਜਦੋਂ ਟੈਲੀਵਿਜ਼ਨ ਤੇ ਆਪਾਂ ਕੀਰਤਨ ਸੁਣਦੇ ਹਾਂ ਤੇ ਫਿਰ ਉਹ ਨਜ਼ਾਰਾ ਸਾਹਮਣੇ ਆਉਂਦਾ। ਹਜ਼ੂਰ ਕਹਿੰਦੇ ਨੇ ਉਹ ਸਰਮਖੰਡ ਦੀ ਅਵਸਥਾ ਦੇ ਅੰਦਰ ਜਾ ਕੇ ਤਿੱਥੈ ਨਾਦ ਬਨੋਦ ਕੋੜ ਆਨੰਦ, ਉੱਥੇ ਕੀਰਤਨ ਦੇ ਕਰੋੜਾਂ ਹੀ ਸ਼ਬਦ ਸੁਣਾਈ ਦਿੰਦੇ ਨੇ। ਤੇ ਬਨੋਦ ਉੱਥੇ ਅਨੇਕਾਂ ਪ੍ਰਕਾਰ ਦੇ ਦਰਸ਼ਨ ਦੀਦਾਰੇ ਵੀ ਹੁੰਦੇ ਨੇ। ਜਿਵੇਂ ਕਈ ਮਹਾਂਪੁਰਖ ਦੱਸਦੇ ਨੇ ਬਈ ਸਾਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਕਈ ਪ੍ਰੇਮੀ ਐਸੇ ਹੁੰਦੇ ਨੇ, ਉਹ ਕਹਿੰਦੇ ਨੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਤਿੱਥੈ ਨਾਦ ਬਨੋਦ ਕੋੜ ਆਨੰਦ, ਇਹ ਉਹ ਅਵਸਥਾ ਹੈ ਜਿੱਥੇ ਜਾ ਕੇ ਮਨੁੱਖ ਨੂੰ ਬ੍ਰਹਮੰਡੀ ਕੀਰਤਨ ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਮਾਨਸ ਦਰਸ਼ਨ ਦੀਦਾਰੇ ਵੀ ਹੁੰਦੇ ਨੇ। ਕੋਈ ਵੀ ਉਹਨਾਂ ਦੇ ਮਨ ਦੀ ਤਮੰਨਾ ਹੋਵੇ ਤੇ ਉਸੇ ਵੇਲੇ ਉਹਨਾਂ ਨੂੰ ਉਹ ਚੀਜ਼ ਸਾਹਮਣੇ ਆ ਜਾਂਦੀ ਹੈ। ਉਹ ਸਾਰੇ ਆਕਾਰ ਉਹਨਾਂ ਨੂੰ ਸਾਹਮਣੇ ਦਿਖਾਈ ਦਿੰਦੇ ਨੇ। ਸਿਮਰਨ ਕਰਦਿਆਂ ਕਰਦਿਆਂ ਜੇ ਮਨ ਦੇ ਵਿੱਚ ਇਹ ਇੱਛਾ ਹੋ ਗਈ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਤੇ ਹੋਣਗੇ। ਜੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰੋ ਇੱਛਾ ਹੋਵੇਗੀ, ਉਹਨਾਂ ਦੇ ਵੀ ਹੋਣਗੇ। ਇਹ ਸਰਮਖੰਡ ਦੀ ਅਵਸਥਾ ਦੇ ਵਿੱਚ ਜਾ ਕੇ ਹਜ਼ੂਰ ਕਹਿੰਦੇ ਨੇ ਤਿੱਥੈ ਨਾਦ ਬਨੋਦ ਕੋੜ ਆਨੰਦ। ਸਾਡੇ ਕਈ ਐਸੇ ਮਹਾਂਪੁਰਖ ਹੋਏ ਨੇ, ਜਿਵੇਂ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉਹਨਾਂ ਦੇ ਬਾਰੇ ਇਹ ਆਮ ਹੀ ਇਹ ਸਾਖੀ ਪ੍ਰਚਲਿਤ ਹੈ ਕਿ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਤੱਖ ਦਰਸ਼ਨ ਦੀਦਾਰੇ ਦਿੱਤੇ ਔਰ ਉਹਨਾਂ ਨੇ ਇੱਕ ਵਿਸ਼ੇਸ਼ ਤਸਵੀਰ ਵੀ ਤਿਆਰ ਕਰਵਾਈ। ਚਲੋ ਤਸਵੀਰ ਨੂੰ ਤਾਂ ਆਪਾਂ ਅਸਲੀ ਨਹੀਂ ਕਹਿ ਸਕਦੇ। ਇਹ ਗੱਲ ਤੇ ਠੀਕ ਹੈ ਵੀ ਮਹਾਂਪੁਰਖ ਜਿਹੜੇ ਭਜਨ ਬੰਦਗੀ ਕਰਦੇ ਨੇ ਉਹਨਾਂ ਨੂੰ ਉਸ ਰੂਪ ਦੇ ਦਰਸ਼ਨ ਹੁੰਦੇ ਨੇ। ਬਾਬਾ ਨਿਧਾਨ ਸਿੰਘ ਜੀ ਸੱਚਖੰਡ ਹਜ਼ੂਰ ਸਾਹਿਬ ਲੰਗਰ ਸਾਹਿਬ ਵਾਲੇ, ਔਰ ਉਹਨਾਂ ਨੂੰ ਵੀ ਕਲਗੀਧਰ ਪਾਤਸ਼ਾਹ ਨੇ ਪ੍ਰਤੱਖ ਦਰਸ਼ਨ ਦੀਦਾਰੇ ਦਿੱਤੇ ਸਨ ਤੇ ਹੁਕਮ ਕੀਤਾ ਸੀ ਵੀ ਇੱਥੇ ਲੰਗਰ ਚਲਾਓ। ਇਸ ਤਰ੍ਹਾਂ ਜਦੋਂ ਸਰਮਖੰਡ ਦੀ ਅਵਸਥਾ ਦੇ ਵਿੱਚ ਕਿਸੇ ਦੀ ਸੁਰਤ ਪਹੁੰਚ ਜਾਂਦੀ ਹੈ, ਤਿੱਥੈ ਨਾਦ ਬਨੋਦ ਕੋੜ ਆਨੰਦ, ਉੱਥੇ ਕਰੋੜਾਂ ਹੀ ਨਾਦ ਕੀਰਤਨ ਦੇ ਸ਼ਬਦ ਸੁਣਾਈ ਦਿੰਦੇ ਹਨ ਤੇ ਕਰੋੜਾਂ ਹੀ ਜਿਹੜੇ ਦਰਸ਼ਨਾਂ ਦੇ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਤੇ ਅੱਗੇ ਇੱਕ ਸੁਣਨ ਦਾ ਆਨੰਦ ਹੁੰਦਾ ਹੈ ਤੇ ਦੂਸਰਾ ਦੇਖਣ ਦਾ ਹੁੰਦਾ ਹੈ ਤੇ ਤੀਸਰਾ ਜਿਹੜਾ ਆਨੰਦ ਹੁੰਦਾ ਹੈ ਸਪਰਸ਼ ਦਾ।
ਤੇ ਫਿਰ ਉਹਨਾਂ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਪਿਆਰ ਦੇ ਸੀਨੇ ਦੇ ਵਿੱਚ ਵੀ ਲੈਂਦੇ ਨੇ। ਇਹ ਸਾਰੇ ਸਰਮਖੰਡ ਦੇ ਵਿੱਚ ਜਾ ਕੇ ਸਾਰੀਆਂ ਅਵਸਥਾਵਾਂ ਪ੍ਰਗਟ ਹੁੰਦੀਆਂ ਨੇ ਵੀ ਕਿਵੇਂ ਉੱਥੇ ਇਲਾਹੀ ਕੀਰਤਨ ਹੁੰਦੇ ਨੇ। ਜਿਹੜਾ ਸੱਚਖੰਡੀ ਕੀਰਤਨ ਹੈ ਉਹ ਉਹਨਾਂ ਨੂੰ ਸੁਣਾਈ ਦਿੰਦੇ, ਤੇ ਨਾਲ ਹੀ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ, ਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਦੀ ਛੋਹ ਦੇ ਆਨੰਦ, ਇਹ ਸਾਰਾ ਕੁਝ ਉਹਨਾਂ ਨੂੰ ਉੱਥੇ ਪ੍ਰਾਪਤ ਹੋ ਜਾਂਦਾ ਹੈ। ਸਰਮਖੰਡ ਕੀ ਬਾਣੀ ਰੂਪ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੀ ਸ਼ਰਮਖੰਡ ਦੀ, ਇਹ ਵੈਰਾਗੀਆਂ ਦਾ ਖੰਡ ਹੈ ਜਿਨ੍ਹਾਂ ਦਾ ਸੰਸਾਰ ਵੱਲੋਂ ਮੋਹ ਟੁੱਟ ਚੁੱਕਿਆ। ਸਰਮਖੰਡ ਕੀ ਬਾਣੀ ਰੂਪ, ਜਿਹੜੇ ਸ਼ਰਮਖੰਡ ਵਿੱਚ ਰਹਿਣ ਵਾਲੇ ਮਹਾਂਪੁਰਖ ਨੇ ਉਹਨਾਂ ਦੀ ਬਾਣੀ ਵੀ, ਰੂਪ ਦਾ ਅਰਥ ਹੈ ਬਹੁਤ ਸੁੰਦਰ ਹੋ ਜਾਂਦੀ ਹੈ। ਜਦੋਂ ਮਹਾਂਪੁਰਖ ਮੂੰਹੋਂ ਕੋਈ ਬਚਨ ਬੋਲਦੇ ਨੇ ਔਰ ਇੰਨੇ ਮਿੱਠੇ ਤੇ ਪਿਆਰੇ ਲੱਗਦੇ ਨੇ, ਜਿਵੇਂ ਹਜ਼ੂਰ ਨੇ ਬਾਣੀ ਦੇ ਵਿੱਚ ਲਿਖਿਆ ਹੈ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ। ਜਦੋਂ ਕੋਈ ਪੂਰਨ ਮਹਾਂਪੁਰਖ ਆਪਣੀ ਰਸਨਾ ਤੋਂ ਬਾਣੀ ਪੜ੍ਹਦਾ ਹੈ, ਕੀਰਤਨ ਕਰਦਾ ਹੈ, ਕਥਾ ਕਰਦਾ ਹੈ, ਮਾਨੋ ਅੰਮ੍ਰਿਤ ਦੇ ਝਰਨੇ ਵਗ ਪੈਂਦੇ ਨੇ, ਐਸਾ ਆਨੰਦ ਆਉਂਦਾ। ਇਹ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ, ਕਈ ਵਾਰੀ ਪ੍ਰਤੱਖ ਵੀ ਕਈ ਮਹਾਂਪੁਰਖਾਂ ਦੇ ਨਾਲ ਵਾਪਰਦੀਆਂ ਨੇ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਪਿੰਡ ਬੋਪਾ ਰਾਏ ਕਲਾਂ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਾਫੀ ਸਮਾਂ ਰਹੇ। ਸੰਗਤ ਦਾ ਹੁਣ ਵੀ ਬੜਾ ਉਹਨਾਂ ਦੇ ਨਾਲ ਪ੍ਰੇਮ ਹੈ। 2, 3, 4 ਫੱਗਣ ਨੂੰ ਸਾਲਾਨਾ ਉਹਨਾਂ ਦਾ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ। ਉੱਥੇ ਦੀ ਇੱਕ ਪ੍ਰਤੱਖ ਘਟਨਾ ਹੈ, ਜਿਨ੍ਹਾਂ ਮਹਾਂਪੁਰਖਾਂ ਨੇ ਅੱਖੀਂ ਡਿੱਠੀ, ਉਹਨਾਂ ਨੇ ਇਹ ਸਾਰੀ ਗੱਲ ਆਪਣੀ ਜ਼ੁਬਾਨ ਤੋਂ ਦੱਸੀ ਹੈ, ਕਿਉਂਕਿ ਸੁਣੀ ਸੁਣਾਈ ਗੱਲ ਕੁਛ ਹੋਰ ਹੁੰਦੀ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਿਆ ਜੋ ਪੇਖਾਂ ਆਖੀ। ਸੰਤ ਬਾਬਾ ਇੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੂੰ ਬਧਨੀ ਵਾਲੇ ਬਾਅਦ ਵਿੱਚ ਕਿਹਾ ਜਾਣ ਲੱਗਿਆ, ਇਹ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਛੋਟੇ ਭਰਾ ਸਨ, 3 ਸਾਲ ਛੋਟੇ ਸਨ। ਇਹਨਾਂ ਨੇ ਇੱਕ ਵਾਰੀ ਦਾਸ ਨੂੰ ਇਹ ਬਚਨ ਸੁਣਾਇਆ। ਉਹ ਕਹਿੰਦੇ, ਮਹਾਂਪੁਰਖ ਪਿੰਡ ਬੋਪਾ ਰਾਏ ਕਲਾਂ ਵਿੱਚ ਪਹਿਲਾਂ ਗੁਰਦੁਆਰਾ ਨਹੀਂ ਸੀ, ਉੱਥੇ ਇੱਕ ਪੱਕਾ ਦਰਵਾਜ਼ਾ ਸੀ, ਉੱਥੇ ਦੀਵਾਨ ਸਜਾਉਂਦੇ ਸਨ, ਉੱਥੇ ਹੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਉੱਥੇ ਹੀ ਸੰਗਤਾਂ ਬੈਠ ਕੇ ਕੀਰਤਨ, ਕਥਾ, ਵਿਚਾਰ, ਪ੍ਰਚਾਰ ਸੁਣਦੀਆਂ। ਹੁਣ ਮਹਾਂਪੁਰਖ ਕਿਸੇ ਇਲਾਹੀ ਰੰਗ ਦੇ ਵਿੱਚ ਉੱਥੇ ਕੀਰਤਨ ਕਰ ਰਹੇ ਸਨ ਤੇ ਨਾਲ ਗੁਰਬਾਣੀ ਦੀ ਵਿਚਾਰ ਵੀ ਕਰ ਰਹੇ ਸਨ। ਔਰ ਕਹਿੰਦੇ ਨੇ ਐਸਾ ਉਸ ਵੇਲੇ ਕੌਤਕ ਹੋਇਆ, ਜਿਹੜੀ ਗੁਰੂ ਮਹਾਰਾਜ ਦੇ ਉੱਪਰ ਚਾਨਣੀ ਲੱਗੀ ਹੋਈ ਸੀ, ਉਸ ਚਾਨਣੀ ਦੇ ਵਿੱਚੋਂ ਅੰਮ੍ਰਿਤ ਚੋਣ ਲੱਗ ਪਿਆ। ਇਹ ਪ੍ਰਤੱਖ ਦੇਖਣ ਵਾਲੀਆਂ ਗੱਲਾਂ ਨੇ, ਆਪਾਂ ਤੇ ਇਹਨਾਂ ਗੱਲਾਂ ਨੂੰ ਐਵੇਂ ਸਮਝਦੇ ਹੋਵਾਂਗੇ। ਮਹਾਂਪੁਰਖਾਂ ਨੇ ਆਪ ਇਹ ਬਚਨ ਦੱਸਿਆ। ਉਹ ਕਹਿੰਦੇ ਚਾਨਣੀ ਵਿੱਚੋਂ ਅੰਮ੍ਰਿਤ ਚੋਣ ਲੱਗਿਆ। ਕੁਛ ਹੇਠਾਂ ਵੀ ਜਿੱਥੇ ਸਿੰਘ ਬੈਠ ਕੇ ਕੀਰਤਨ ਕਰ ਰਹੇ ਸਨ, ਉੱਥੇ ਵੀ ਕੁਛ ਹੇਠਾਂ ਉਹ ਅੰਮ੍ਰਿਤ ਥੱਲੇ ਵੀ ਚੋ ਕੇ ਸਿਮਿਆ ਹੋਇਆ ਦਿਖਾਈ ਦਿੱਤਾ। ਜਦੋਂ ਥੱਲੇ ਉਹ ਅੰਮ੍ਰਿਤ ਦੀਆਂ ਛਿੱਟਾਂ ਡਿੱਗਣ ਲੱਗੀਆਂ ਤੇ ਜਿਹੜੇ ਸਿੰਘ ਸੀ ਹੈਰਾਨ ਹੋ ਕੇ ਦੇਖਣ ਲੱਗੇ ਵੀ ਕੀ ਗੱਲ ਹੈ, ਇਹ ਪਾਣੀ, ਇਹ ਛਿੱਟਾਂ ਕਿੱਥੋਂ ਆਈਆਂ ਨੇ। ਅਖੀਰ ਉਹਨਾਂ ਨੇ ਛੱਤ ਵੱਲ ਨਿਗਾਹ ਮਾਰੀ, ਬਾਹਰ ਨਿਕਲ ਕੇ ਦੇਖਿਆ ਮੌਸਮ ਬਿਲਕੁਲ ਸਾਫ਼ ਸੀ, ਨਾ ਕੋਈ ਬੱਦਲਵਾਈ ਸੀ, ਨਾ ਕੋਈ ਮੀਂਹ ਦੀ ਕੋਈ ਗੱਲ ਸੀ। ਸਾਰੇ ਸਿੰਘ ਹੈਰਾਨ ਹੋਏ, ਫਿਰ ਉੱਥੇ ਆ ਕੇ ਬੈਠ ਗਏ। ਔਰ ਕਹਿੰਦੇ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਗੁਰੂ ਮਹਾਰਾਜ ਦੀ ਅਸਵਾਰੀ ਸੁਖਾਸਨ ਕਰਕੇ ਨਿਵਾਸ ਅਸਥਾਨ ਤੇ ਲੈ ਗਏ। ਉਸ ਤੋਂ ਬਾਅਦ ਉਹ ਚੰਦੋਆ ਵੀ ਲਾਇਆ ਜਾਂਦਾ ਸੀ। ਜਦੋਂ ਉਸ ਚੰਦੋਏ ਨੂੰ ਲਾਇਆ, ਤਕਰੀਬਨ 1.5 ਸੇਰ ਅੰਮ੍ਰਿਤ ਉਹਦੇ ਉੱਤੇ ਵੀ ਪਿਆ ਹੋਇਆ ਸੀ। ਤਿੱਥੈ ਨਾਦ ਬਨੋਦ ਕੋੜ ਆਨੰਦ। ਔਰ ਉਹਨਾਂ ਨੇ ਕਿਹਾ ਵੀ ਇਹ ਕੇਵਲ ਦੇਖਿਆ ਹੀ ਨਹੀਂ, ਉਹਨੂੰ ਚੱਖ ਕੇ ਵੀ ਦੇਖਿਆ, ਖਾ ਕੇ ਵੀ ਕਈਆਂ ਨੇ ਦੇਖਿਆ। ਐਨ ਅੰਮ੍ਰਿਤ ਵਰਗਾ ਹੀ ਸਵਾਦ ਸੀ ਉਹਦਾ। ਇਹ ਹੈ ਵੀ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਹੁੰਦਾ ਹੈ ਨਾ, ਤੇ ਸਰਮਖੰਡ ਕੀ ਬਾਣੀ ਰੂਪ, ਉਹਨਾਂ ਮਹਾਂਪੁਰਖਾਂ ਦੀ ਬਾਣੀ ਵੀ ਇੰਨੀ ਸੁੰਦਰ ਹੋ ਜਾਂਦੀ ਹੈ ਤੇ ਮਾਨੋ ਅੰਮ੍ਰਿਤ ਦੀ ਵਰਖਾ ਹੀ ਹੁੰਦੀ ਹੈ। ਐਸੀ ਭਾਈ ਜਿਨ੍ਹਾਂ ਮਹਾਂਪੁਰਖਾਂ ਤੇ ਸਤਿਗੁਰੂ ਦੀ ਕਿਰਪਾ ਹੋਵੇ ਤੇ ਫਿਰ ਉਹਨਾਂ ਦੀ ਬਾਣੀ ਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ। ਤੇ ਨਹੀਂ ਤੇ
ਇਹ ਗੱਲ ਬਹੁਤ ਔਖੀ ਹੈ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਉਸ ਅੰਮ੍ਰਿਤ ਬਾਣੀ ਦਾ ਰੂਪ ਹੋਏ ਹੋਏ ਹੁੰਦੇ ਨੇ, ਔਰ ਉਹਨਾਂ ਮਹਾਂਪੁਰਖਾਂ ਦੀ ਬਾਣੀ ਵੀ ਬੜੀ ਸੁੰਦਰ ਹੋ ਜਾਂਦੀ ਹੈ, ਅੰਮ੍ਰਿਤ ਦਾ ਰੂਪ ਬਣ ਜਾਂਦੀ ਹੈ। ਘਾੜਤ ਘੜੀਐ ਬਹੁਤ ਅਨੂਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਵੀ ਉੱਥੇ ਸਰਮਖੰਡ ਦੇ ਵਿੱਚ ਜਾ ਕੇ, ਤੇ ਅਨੂਪ ਦਾ ਅਰਥ ਹੈ ਬਹੁਤ ਹੀ ਅਨੂਪ ਸੁੰਦਰ। ਅਨੂਪ ਦਾ ਅਰਥ ਹੈ ਉਪਮਾ ਤੋਂ ਰਹਿਤ, ਬਹੁਤ ਸੁੰਦਰ। ਘਾੜਤ ਘੜੀ ਜਾਂਦੀ ਹੈ, ਇਹਦਾ ਮਤਲਬ ਇਹ ਹੈ ਵੀ ਜਿਹੜਾ ਸਾਡਾ ਅੰਦਰਲਾ ਸਰੀਰ ਹੈ ਨਾ, ਸੂਖਸ਼ਮ ਸਰੀਰ ਹੈ, ਜਦੋਂ ਕੋਈ ਆਦਮੀ ਉਸ ਸਰਮਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉਹਦੀ ਬੜੀ ਹੀ ਸੁੰਦਰ ਘਾੜਤ ਘੜੀ ਜਾਂਦੀ। ਫਿਰ ਉਹਦੇ ਸਰੀਰ ਦੇ ਵਿੱਚੋਂ ਹਰ ਪਾਸੇ ਸੁੰਦਰਤਾ ਹੀ ਸੁੰਦਰਤਾ, ਜਲਵਾ ਹੀ ਜਲਵਾ, ਪ੍ਰਕਾਸ਼ ਹੀ ਪ੍ਰਕਾਸ਼ ਡੁੱਲ ਡੁੱਲ ਪੈਂਦਾ ਹੈ। ਇੱਕ ਤੁਸੀਂ ਇਹ ਵੀ ਚੀਜ਼ ਸੁਣੀ ਹੋਵੇਗੀ ਵੀ ਜਿਹੜੇ ਅਸਲੀ ਕੋਈ ਬਹੁਤੀ ਕਮਾਈ ਵਾਲੇ, ਬੰਦਗੀ ਵਾਲੇ ਮਹਾਂਪੁਰਖ ਹੁੰਦੇ ਨੇ, ਉਹਨਾਂ ਦੇ ਚਿਹਰੇ ਤੇ ਇੱਕ ਆਭਾ ਮੰਡਲ ਆ ਜਾਂਦਾ ਹੈ। ਇੱਕ ਕੋਈ ਵੱਖਰੀ ਜਿਹੀ ਸੁੰਦਰਤਾ ਉਹਨਾਂ ਦੇ ਚਿਹਰੇ ਤੋਂ ਤੁਹਾਨੂੰ ਦਿਖਾਈ ਦੇਵੇਗੀ। ਹਰ ਇੱਕ ਨੂੰ ਨਹੀਂ, ਜਿਹੜੇ ਭਾਵਨਾ ਵਾਲੇ ਨੇ ਉਹ ਉਸ ਨੂੰ ਵੇਖ ਸਕਦੇ ਨੇ, ਔਰ ਉਹਨਾਂ ਦਾ ਚਿਹਰਾ ਜਾਹੋ ਜਲਾਲ ਦੇ ਨਾਲ ਭਰਿਆ ਹੋਇਆ ਤੁਹਾਨੂੰ ਪ੍ਰਤੀਤ ਹੋਵੇਗਾ। ਹਜ਼ੂਰ ਕਹਿੰਦੇ ਨੇ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਵੀ ਉਹ ਸਰਮਖੰਡ ਦੀ ਅਵਸਥਾ ਦੇ ਅੰਦਰ ਜਾ ਕੇ ਜਿਹੜੀ ਸਾਡਾ ਅੰਦਰਲਾ ਜੀਵਨ ਹੈ, ਸੂਖਸ਼ਮ ਸਰੀਰ ਹੈ, ਔਰ ਉਹਦੀ ਬਹੁਤ ਹੀ ਸੁੰਦਰ ਘਾੜਤ ਘੜੀ ਜਾਂਦੀ ਹੈ। ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਤਾਕੀਆਂ ਗੱਲਾਂ, ਉਹਨਾਂ ਦੀਆਂ ਗੱਲਾਂ ਕਥੀਆਂ ਨਾ ਜਾਏ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜਿਨ੍ਹਾਂ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦਾ ਅੰਦਰਲਾ ਜੀਵਨ ਸਿੱਖੀ ਦੇ ਸਾਂਚੇ ਵਿੱਚ ਢਾਲਿਆ ਜਾਂਦਾ ਹੈ, ਔਰ ਉਹਨਾਂ ਦੇ ਹਰ ਸਰੀਰ ਦੇ ਅੰਗ ਤੋਂ, ਉਹਨਾਂ ਦੇ ਚਿਹਰੇ ਤੋਂ ਸੁੰਦਰਤਾ ਟਪਕਦੀ ਦਿਖਾਈ ਦਿੰਦੀ ਹੈ। ਉਹਨਾਂ ਦੇ ਚਿਹਰੇ ਨੂਰ ਹੀ ਨੂਰ ਦੇ ਨਾਲ ਭਰੇ ਹੋਏ ਪ੍ਰਤੀਤ ਹੋਣਗੇ। ਐਸੇ ਮਹਾਂਪੁਰਖਾਂ ਦੀਆਂ ਗੱਲਾਂ ਭਾਈ ਕਥਾ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛਤਾਏ। ਹਜ਼ੂਰ ਕਹਿੰਦੇ, ਭਾਈ ਜੇ ਕੋਈ ਇਸ ਗੱਲ ਨੂੰ ਆਖੇ ਵੀ ਨਾ ਵੀ ਮੈਂ ਐਸੇ ਮਹਾਂਪੁਰਖਾਂ ਦੇ ਬਾਰੇ ਦੱਸ ਸਕਦਾ ਹਾਂ, ਉਹਨਾਂ ਦੀ ਅਵਸਥਾ ਕਿੰਨੀ ਕੁੱਚੀ ਹੈ, ਪਿੱਛੇ ਪਛਤਾਏ, ਉਹਨੂੰ ਪਿੱਛੋਂ ਪਛਤਾਉਣਾ ਹੀ ਪੈਂਦਾ, ਕਿਉਂਕਿ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਅਸਲੀ ਅਵਸਥਾ ਹੈ, ਤਿੱਥੈ ਨਾਦ ਬਨੋਦ ਕੋੜ ਆਨੰਦ, ਵੀ ਜਿਹੜੇ ਕਰੋੜਾਂ ਹੀ ਕੀਰਤਨ ਦੇ ਆਨੰਦ, ਦਰਸ਼ਨਾਂ ਦੇ ਆਨੰਦ, ਤੇ ਫਿਰ ਉਹ ਜਿਹੜੇ ਚਾਰਨ ਛੋਹ ਦੇ ਆਨੰਦ ਉਹਨਾਂ ਨੂੰ ਇੰਨੇ ਪ੍ਰਾਪਤ ਹੁੰਦੇ ਨੇ, ਉਹਨਾਂ ਦੇ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਜੇ ਕੋਈ ਇਹ ਗੱਲ ਆਖੇ ਪਿੱਛੇ ਪਛਤਾਏ, ਤੇ ਫਿਰ ਉਹ ਬਾਅਦ ਵਿੱਚ ਪਿੱਛੋਂ ਪਛਤਾਉਂਦਾ ਹੀ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉੱਥੇ ਮਹਾਰਾਜ ਕਿਹੜੀਆਂ ਚੀਜ਼ਾਂ ਦੀ ਘਾੜਤ ਘੜੀ ਜਾਂਦੀ ਹੈ, ਹੁਣ ਹਜ਼ੂਰ ਅੱਗੇ ਸਪਸ਼ਟ ਕਰਕੇ ਸਮਝਾ ਰਹੇ ਹਨ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸਭ ਤੋਂ ਪਹਿਲਾਂ ਉੱਥੇ ਸੁਰਤ ਦੀ ਘਾੜਤ ਘੜੀ ਜਾਂਦੀ ਹੈ। ਜਿਹੜੀ ਸੁਰਤ ਹੈ ਇਹ ਸੂਖਸ਼ਮ ਹੈ, ਔਰ ਇਹਦੀ ਉੱਥੇ ਘਾੜਤ ਘੜੀ ਜਾਂਦੀ ਹੈ। ਇਹਦਾ ਮਤਲਬ ਜਿਹੜੀ ਸੁਰਤ ਹੈ ਨਾ, ਇਹਨੂੰ ਐਨ ਸ਼ੁੱਧ ਕਰਕੇ ਸਵਾਰਿਆ ਜਾਂਦਾ ਹੈ। ਇਸ ਦੇ ਵਿੱਚੋਂ ਮਾੜੇ ਖਿਆਲ ਕੱਢ ਦਿੱਤੇ ਜਾਂਦੇ ਨੇ, ਜਿਹੜੇ ਮਾੜੀਆਂ ਯਾਦਾਂ ਨੇ, ਕੋਈ ਮਾੜੇ ਸੰਸਕਾਰ ਨੇ, ਸੁਰਤ ਵਿੱਚੋਂ ਸਾਰੇ ਬਾਹਰ ਨਿਕਲ ਜਾਂਦੇ ਨੇ। ਇਹ ਸੁਰਤ ਦੀ ਘਾੜਤ ਘੜੀ ਜਾਂਦੀ ਹੈ। ਤੇ ਮਤ, ਜਿਹੜੀ ਸਾਡੀ ਮਤ ਹੈ, ਇਹਦੀ ਵੀ ਉੱਥੇ ਘਾੜਤ ਘੜੀ ਜਾਂਦੀ ਹੈ। ਉਹ ਕਿਹੜੀ ਮਤ ਹੈ? ਊ ਤੋਂ ਮਤ ਮੇਰੇ ਹਿਰਦੈ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਤੇ ਆਈ। ਇਹ ਸੁਧਰੀ ਹੋਈ ਮਤ ਦੀ ਅਵਸਥਾ ਹੈ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਤੇ ਆਈ। ਅੱਠੇ ਪਹਿਰ ਜਿਸ ਮਤ ਦੇ ਨਾਲ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਉੱਥੇ ਸੁਰਤ ਦੀ ਵੀ ਤੇ ਮਤ ਦੀ ਵੀ ਘਾੜਤ ਘੜੀ ਜਾਂਦੀ ਹੈ। ਤੇ ਇਹ ਜਿਹੜਾ ਮਨ ਹੈ, ਇਹਦੀ ਵੀ ਬੜੀ ਸੁੰਦਰ ਘਾੜਤ ਘੜੀ ਜਾਂਦੀ ਹੈ। ਹੁਣ ਤੇ ਸਾਡੇ ਮਨ ਦੇ ਵਿੱਚ ਪਤਾ ਨਹੀਂ ਕਿੰਨੇ ਵਿਕਾਰ ਨੇ, ਕਿੰਨੀ ਕਰੂਪਤਾ ਹੈ, ਕਿੰਨੇ ਪਾਪ ਛੁਪੇ ਹੋਏ ਨੇ। ਪਰ ਜਦੋਂ ਕੋਈ ਆਦਮੀ ਸਰਮਖੰਡ ਦੇ ਵਿੱਚ ਚਲਿਆ ਜਾਂਦਾ ਹੈ, ਉੱਥੇ ਮਨ ਦੀ ਵੀ ਸੁੰਦਰ ਘਾੜਤ ਘੜੀ ਜਾਂਦੀ। ਜਿਵੇਂ ਸਤਿਗੁਰੂ ਦੇ ਬਚਨ ਆਉਂਦੇ ਨੇ,
ਗੁਰ ਕੈ ਸ਼ਬਦ ਬਨਾਵੋ ਇਹੋ ਮਨ, ਵੀ ਗੁਰੂ ਕੇ ਸ਼ਬਦਾਂ ਦੁਆਰਾ ਤੁਸੀਂ ਇਸ ਮਨ ਨੂੰ ਬਣਾਓ, ਮਨ ਦੀ ਸ਼ਕਲ ਸੂਰਤ ਸੋਹਣੀ ਬਣਾਓ, ਮਨ ਦੇ ਵਿੱਚੋਂ ਮਾੜੇ ਪਾਪ ਤੇ ਵਿਕਾਰਾਂ ਨੂੰ ਬਾਹਰ ਕੱਢੋ। ਜਦੋਂ ਮਨ ਦੇ ਸਾਰੇ ਪਾਪ ਤੇ ਵਿਕਾਰ ਬਾਹਰ ਨਿਕਲ ਜਾਂਦੇ ਨੇ ਤੇ ਫਿਰ ਮਨ ਸੋਨੇ ਵਰਗਾ ਹੋ ਜਾਂਦਾ ਹੈ, ਕੰਚਨ ਵਰਗਾ ਹੋ ਜਾਂਦਾ ਹੈ। ਜਿਵੇਂ ਕੋਈ ਸੋਨੇ ਦਾ ਗਹਿਣਾ ਹੋਵੇ, ਇਸ ਤਰ੍ਹਾਂ ਮਨ ਦੀ ਘਾੜਤ ਘੜੀ ਜਾਂਦੀ ਹੈ। ਤੇ ਬੁੱਧ ਤੋਂ ਮੁਰਾਦ ਹੈ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ, ਜਿਹਦੇ ਨਾਲ ਆਤਮਾ ਦਾ ਅਨੁਭਵ ਹੁੰਦਾ ਹੈ ਤੇ ਅੱਗੇ ਪ੍ਰਮਾਤਮਾ ਦਾ ਗਿਆਨ ਵੀ ਹਾਸਲ ਕਰਨ ਵਿੱਚ ਆਤਮ ਵਿਸ਼ੈਣੀ ਬੁੱਧੀ ਸਹਾਈ ਹੁੰਦੀ ਹੈ। ਔਰ ਸਰਮਖੰਡ ਦੇ ਵਿੱਚ ਜਾ ਕੇ ਹਜ਼ੂਰ ਕਹਿੰਦੇ ਨੇ ਵੀ ਸੁਰਤ, ਮਤ ਤੇ ਮਨ ਤੇ ਬੁੱਧੀ ਦੀ ਵੀ ਘਾੜਤ ਕੜੀ ਜਾਂਦੀ ਹੈ। ਜਾਂ ਇਹਦਾ ਅਰਥ ਇਹ ਵੀ ਕਈ ਮਹਾਂਪੁਰਖਾਂ ਨੇ ਕੀਤਾ ਹੈ, ਜਿਹੜਾ ਸਾਡਾ ਅੰਤःਕਰਨ ਹੈ, ਇਹਦੇ 4 ਬਿਰਤੀਆਂ ਨੇ ਅੰਤःਕਰਨ ਦੀਆਂ, ਮਨ, ਬੁੱਧ, ਚਿੱਤ, ਹੰਕਾਰ। ਇਹ ਜਿਹੜੀਆਂ 4 ਬਿਰਤੀਆਂ ਨੇ ਸਾਡੇ ਅੰਤःਕਰਨ ਦੀਆਂ, ਸੁਰਤ, ਮਤ, ਮਨ, ਬੁੱਧ, ਇਹ ਉਹਨਾਂ ਦੇ ਵਾਚਕ ਸ਼ਬਦ ਨੇ। ਵੀ ਇਹਦਾ ਮਤਲਬ ਇਹ ਹੈ ਵੀ ਉੱਥੇ ਜਿਹੜੀਆਂ ਅੰਤःਕਰਨ ਦੀਆਂ 4 ਬਿਰਤੀਆਂ ਨੇ ਔਰ ਇਹਨਾਂ ਦੀ ਵੀ ਬੜੀ ਸੁੰਦਰ ਘਾੜਤ ਕੜੀ ਜਾਂਦੀ ਹੈ। ਅੰਤःਕਰਨ ਜੋ ਸਰੀਰ ਦੇ ਅੰਦਰ ਹੋਵੇ ਤੇ ਗਿਆਨ ਦਾ ਸਾਧਨ ਹੋਵੇ, ਉਸ ਨੂੰ ਅੰਤःਕਰਨ ਪੁਰਾਤਨ ਵਿਦਵਾਨਾਂ ਨੇ ਲਿਖਿਆ ਹੈ। ਇਹ ਲਫ਼ਜ਼ ਅੰਤःਕਰਨ ਸਾਨੂੰ ਤੇ ਇਹਦੇ ਬਾਰੇ ਸ਼ਾਇਦ ਇੰਨੀ ਸਮਝ ਨਹੀਂ ਆਉਂਦੀ, ਪਰ ਇਹ ਜਿਹੜੇ ਅੰਤःਕਰਨ ਦੀਆਂ 4 ਬਿਰਤੀਆਂ ਨੇ, ਮਨ, ਬੁੱਧ, ਚਿੱਤ, ਹੰਕਾਰ, ਜਿਸ ਨੂੰ ਸੁਰਤ, ਮਤ, ਮਨ, ਬੁੱਧ ਸਤਿਗੁਰੂ ਨੇ ਲਿਖਿਆ ਹੈ, ਉੱਥੇ ਅੰਦਰਲੇ ਸਾਡੇ ਅੰਤःਕਰਨ ਦੀ ਵੀ, ਸਰੀਰ ਦੀ ਨਹੀਂ, ਉਸ ਸ਼ਰਮਖੰਡ ਦੇ ਵਿੱਚ ਸਾਡੇ ਅੰਤःਕਰਨ ਦੀ, ਜਾਂ ਸੌਖੇ ਸ਼ਬਦਾਂ ਦੇ ਵਿੱਚ ਸਾਡੇ ਅੰਦਰਲੇ ਜੀਵਨ ਦੀ, ਆਤਮਿਕ ਜੀਵਨ ਦੀ, ਤੇ ਨਾਲ ਹੀ ਉਹਦੇ ਸੁਰਤ, ਮਤ, ਮਨ, ਬੁੱਧ, ਇਹਨਾਂ ਦੀ ਘਾੜਤ ਘੜੀ ਜਾਂਦੀ ਹੈ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਇੱਥੇ ਹੀ ਬਸ ਨਹੀਂ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਉੱਥੇ ਜਾ ਕੇ ਸੁਰਾਂ ਦਾ ਅਰਥ ਹੈ ਦੇਵਤੇ, ਸਿੱਧਾਂ ਦਾ ਅਰਥ ਹੈ ਜਿਹੜੇ ਸ਼ਕਤੀ ਵਾਲੇ, ਰਿੱਧੀਆਂ ਸਿੱਧੀਆਂ ਵਾਲੇ ਲੋਕ ਨੇ, 10ਵੇਂ ਦੁਆਰ ਦੇ ਵਿੱਚ ਵੀ ਸਮਾਧੀਆਂ ਲਾਉਂਦੇ ਨੇ, ਉਹਨਾਂ ਦੀ ਵੀ ਜਿਹੜੀ ਸੁੱਧ ਹੈ, ਅਕਲ ਹੈ, ਉੱਥੇ ਘੜੀ ਜਾਂਦੀ ਹੈ। ਭਾਵ ਸਰਮਖੰਡ ਦੇ ਵਿੱਚ ਜਾ ਕੇ ਇਹ ਪਤਾ ਲੱਗਦਾ ਹੈ ਵੀ ਜਿਹੜੇ ਬੜੇ ਬੜੇ ਦੇਵਤੇ ਨੇ ਤੇ ਸਿੱਧ ਲੋਕ ਨੇ, ਔਰ ਉਹਨਾਂ ਦੀ ਵੀ ਅਕਲ ਉੱਥੇ ਹੀ ਘੜੀ ਜਾਂਦੀ ਹੈ। ਉੱਥੋਂ ਹੀ ਉਹਨਾਂ ਨੂੰ ਇਹ ਸਾਰੀਆਂ ਪਦਵੀਆਂ ਹਾਸਲ ਹੁੰਦੀਆਂ ਹਨ। ਕਰਮ ਖੰਡ ਕੀ ਬਾਣੀ ਜੋਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਤੀਜੀ ਸਟੇਜ ਹੈ ਸਰਮਖੰਡ ਦੀ, ਉਹਦੇ ਬਾਰੇ ਸਾਨੂੰ ਹੁਣ ਸਮਝਾ ਦਿੱਤਾ ਹੈ। ਹੁਣ ਇਸ ਤੋਂ ਅਗਲਾ ਜਿਹੜਾ ਚੌਥਾ ਪੜਾਅ ਹੈ, ਉਹਨੂੰ ਸਤਿਗੁਰੂ ਨੇ ਕਰਮਖੰਡ ਦਾ ਨਾਂ ਦਿੱਤਾ ਹੈ। ਜਿਹੜਾ ਕਰਮ ਸ਼ਬਦ ਹੈ, ਇਹ ਵੀ ਫਾਰਸੀ ਦਾ ਸ਼ਬਦ ਹੈ ਬਖਸ਼ਿਸ਼। ਜਿਵੇਂ ਅੱਗੇ ਚੱਲ ਕੇ ਸਤਿਗੁਰੂ ਨੇ ਸਪਸ਼ਟ ਕੀਤਾ ਹੈ, ਜਿਨ ਕੋ ਨਦਰ ਕਰਮ ਤਿਨ ਕਾਰ ਨਦਰੇ ਕਰਮ। ਉਸ ਵਾਹਿਗੁਰੂ ਪਰਮੇਸ਼ਰ ਦੀ ਨਜ਼ਰੇ ਅਨਾਇਤ, ਭਾਵ ਜਿੱਥੇ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਰਹਿੰਦੇ ਨੇ, ਉਹਨੂੰ ਕਰਮਖੰਡ ਕਹਿੰਦੇ ਨੇ। ਕਿਉਂਕਿ ਠੀਕ ਹੈ, ਜਿਹੜਾ ਸਰਮਖੰਡ ਹੈ ਉਹ ਵੈਰਾਗੀਆਂ ਦਾ ਖੰਡ ਹੈ, ਗਿਆਨ ਖੰਡ ਗਿਆਨਵਾਨਾਂ ਦਾ ਅਸਥਾਨ ਹੈ, ਤੇ ਧਰਮੀ ਧਰਮ ਖੰਡ ਦੇ ਵਿੱਚ ਨਿਵਾਸ ਕਰਦੇ ਨੇ। ਜਿਹੜਾ ਕਰਮਖੰਡ ਹੈ, ਵਾਹਿਗੁਰੂ ਦੀ ਬਖਸ਼ਿਸ਼ ਵਾਲਿਆਂ ਦਾ ਇਹ ਖੰਡ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ। ਤੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਕਰਮਖੰਡ ਕੀ ਬਾਣੀ ਜੋਰ। ਹਜ਼ੂਰ ਕਹਿੰਦੇ ਜਿਹੜੇ ਕਰਮਖੰਡ ਦੇ ਵਿੱਚ ਰਹਿਣ ਵਾਲੇ ਮਹਾਂਪੁਰਖ ਨੇ, ਬਾਣੀ ਜੋਰ, ਉਹਨਾਂ ਦੀ ਬਾਣੀ ਜੋਰ ਦਾ ਅਰਥ ਹੈ ਜੋਰ ਵਾਲੀ ਹੋ ਜਾਂਦੀ ਹੈ, ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ। ਵਾਹਿਗੁਰੂ ਦੇ ਪਿਆਰੇ ਜੋ ਵੀ ਮੂੰਹੋਂ ਬਚਨ ਬੋਲ ਦੇਣ, ਉਹ ਪੂਰੇ ਹੋ ਜਾਂਦੇ ਨੇ। ਉਹਨਾਂ ਦੀ ਬਾਣੀ ਵਿੱਚ ਸ਼ਕਤੀ ਭਰ ਜਾਂਦੀ ਹੈ। ਨਾਨਕ ਦਾਸ ਮੁਖਤੇ ਜੋ ਬੋਲੇ, ਇਹਾਂ ਊਹਾਂ ਸੱਚ ਹੋਵੇ। ਇਹ ਕਰਮਖੰਡੀਆਂ ਦੀ ਅਵਸਥਾ ਹੈ। ਉਹ ਜੋ ਵੀ ਮੂੰਹੋਂ ਬਚਨ ਕਹਿ ਦੇਣ, ਇੱਥੇ ਵੀ ਤੇ ਉੱਥੇ ਪਰਲੋਕ ਵਿੱਚ ਵੀ ਉਹ ਸੱਚ ਮੰਨਿਆ ਜਾਂਦਾ ਹੈ। ਇੱਥੋਂ ਤੱਕ ਸਤਿਗੁਰੂ ਦੇ ਬਚਨ ਆਉਂਦੇ ਨੇ, ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜੇ ਵਾਹਿਗੁਰੂ ਦੀ ਬਖਸ਼ਿਸ਼ ਵਾਲੇ ਮਹਾਂਪੁਰਖ ਨੇ, ਜੇ ਕੋਈ ਉਹਨਾਂ ਨੂੰ ਜੀਉ ਆਇਆ ਵੀ ਕਹਿ ਦਿੰਦਾ ਹੈ ਨਾ, ਸਤਿਕਾਰ ਦੇ ਨਾਲ, ਆਓ ਮਹਾਰਾਜ
ਜੀ ਆਇਆਂ ਨੂੰ, ਬੈਠੋ, ਜਲ ਪਾਣੀ ਛਕੋ, ਲੰਗਰ ਛਕੋ, ਜਿਹੜਾ ਇੰਨਾ ਵੀ ਕਹਿ ਦੇਵੇ ਉਹ ਵੀ ਜਮਾਂ ਦੀ ਤੱਦੀ ਤੋਂ ਬਚ ਜਾਂਦਾ ਹੈ, ਕਿਉਂਕਿ ਉਹਨਾਂ ਦੀ ਬਾਣੀ ਵਿੱਚ ਤਾਕਤ ਹੁੰਦੀ ਹੈ। ਜੋ ਵੀ ਉਹ ਕਹਿ ਦੇਣ ਉਹੀ ਗੱਲ ਪੂਰੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਰਮਖੰਡ ਕੀ ਬਾਣੀ ਜੋਰ, ਵੀ ਜਿਹੜੇ ਕਰਮਖੰਡ ਦੇ ਵਿੱਚ ਰਹਿਣ ਵਾਲੇ ਮਹਾਂਪੁਰਖ ਨੇ, ਵਾਹਿਗੁਰੂ ਦੀ ਬਖਸ਼ਿਸ਼ ਦੇ ਖੰਡ ਵਿੱਚ ਰਹਿਣ ਵਾਲੇ ਭਗਤ ਲੋਕ ਨੇ, ਉਹਨਾਂ ਦੀ ਬਾਣੀ ਵਿੱਚ ਅਥਾਹ ਤਾਕਤ ਆ ਜਾਂਦੀ ਹੈ, ਸ਼ਕਤੀ ਆ ਜਾਂਦੀ ਹੈ। ਜੋ ਵੀ ਬਚਨ ਕਹਿਣ ਉਹ ਪੂਰਾ ਹੁੰਦਾ ਹੈ। ਤਿੱਥੈ ਹੋਰ ਨਾ ਕੋਈ ਹੋਰ। ਹਜ਼ੂਰ ਕਹਿੰਦੇ ਨੇ ਭਾਈ ਉਸ ਕਰਮਖੰਡ ਦੇ ਵਿੱਚ ਸਿਰਫ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਮਹਾਂਪੁਰਖੀ ਜਾ ਕੇ ਰਹਿੰਦੇ ਨੇ। ਉਹਨਾਂ ਤੋਂ ਇਲਾਵਾ ਹੋਰ ਕੋਈ ਕਰਮਕਾਂਡੀ, ਕੋਈ ਰਿੱਧੀ ਸਿੱਧੀ ਵਾਲਾ, ਕੋਈ ਹੋਰ ਪਰੇ ਤੋਂ ਪਰੇ ਹੋਰ ਜਿੰਨੀ ਵੀ ਹੋਰ ਸ੍ਰਿਸ਼ਟੀ ਹੈ, ਵੀ ਉਹ ਨਹੀਂ ਉੱਥੇ ਜਾ ਕੇ ਰਹਿ ਸਕਦੇ। ਕਰਮਖੰਡ ਦੇ ਵਿੱਚ ਕੇਵਲ ਉਹੀ ਜਾ ਕੇ ਰਹਿ ਸਕਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ, ਜਿਨ੍ਹਾਂ ਨੂੰ ਵਾਹਿਗੁਰੂ ਪ੍ਰਵਾਨ ਕਰ ਲਵੇ। ਉਹਨਾਂ ਤੋਂ ਬਿਨਾਂ ਉੱਥੇ ਹੋਰ ਕੋਈ ਵੀ, ਤੇ ਜਾਂ ਉਹਨਾਂ ਤੋਂ ਹੋਰ ਇੱਕ ਤੋਂ ਪਰੇ ਜਿਹੜੇ ਹੋਰ ਅੱਗੇ ਨੇ, ਉੱਥੇ ਹੋਰ ਕੋਈ ਵੀ ਨਹੀਂ ਜਾ ਸਕਦਾ, ਨਾ ਹੀ ਉੱਥੇ ਰਹਿ ਸਕਦਾ ਹੈ। ਤਿੱਥੈ ਜੋਧ ਮਹਾਬਲ ਸੂਰ। ਫਿਰ ਮਹਾਰਾਜ ਉੱਥੇ ਹੋਰ ਕੌਣ ਕੌਣ ਰਹਿੰਦੇ ਨੇ? ਹਜ਼ੂਰ ਕਹਿੰਦੇ ਨੇ ਉੱਥੇ ਜਿਹੜੇ ਧਰਮੀ ਸੂਰਮੇ, ਜਿਹੜੇ ਧਰਮ ਦੀ ਖਾਤਰ ਕੁਰਬਾਨੀਆਂ ਕਰਦੇ ਨੇ, ਜਿਨ੍ਹਾਂ ਦੀ ਬਾਬਤ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਉਹ ਸੂਰਮੇ ਉੱਥੇ ਰਹਿੰਦੇ ਨੇ। ਜਬ ਆਪ ਕੀ ਔਦ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੋ। ਜਿਹੜੇ ਕੇਵਲ ਜ਼ੁਲਮ ਦੇ ਖਿਲਾਫ ਲੜਦੇ ਨੇ ਤੇ ਫਿਰ ਜਾਨਾਂ ਵਾਰ ਦਿੰਦੇ ਨੇ, ਐਸੇ ਧਰਮੀ ਸੂਰਮੇ ਉੱਥੇ ਜਾ ਕੇ ਨਿਵਾਸ ਕਰਦੇ ਨੇ। ਉਹਨਾਂ ਦੀਆਂ ਵੀ ਸਟੇਜਾਂ ਨੇ, ਰਥੀ ਮਹਾਰਥੀ ਅਤਰਥੀ ਸੂਰਮੇ, ਤਿੱਥੈ ਜੋਧ ਮਹਾਬਲ ਸੂਰ। ਰਥੀ ਸੂਰਮੇ ਵੀ ਜਿਹੜੇ ਕੱਲੇ ਦੇ ਨਾਲ ਕੱਲਾ ਮੁਕਾਬਲਾ ਕਰਨ ਵਾਲੇ, ਤੇ ਮਹਾਬਲੀ ਮਹਾਰਥੀ ਜਿਹੜੇ 10,000 ਦੇ ਨਾਲ ਮੁਕਾਬਲਾ ਕਰਨ ਵਾਲੇ ਨੇ, ਤੇ ਜਿਹੜੇ ਸੂਰ ਅਤਰਥੀ ਸੂਰਮੇ ਨੇ, ਉਹ ਸਾਰੇ ਧਰਮੀ ਸੂਰਮੇ ਵੀ ਉੱਥੇ ਵਸਦੇ ਨੇ। ਜਾਂ ਦੂਜੇ ਭਾਵਾਂ ਦੇ ਵਿੱਚ ਇਹ ਵੀ ਅਰਥ ਕੀਤਾ ਗਿਆ ਹੈ, ਤਿੱਥੈ ਜੋਧ ਮਹਾਬਲ ਸੂਰ, ਵੀ ਜਿਹੜੇ ਆਪਣੇ ਸਰੀਰ ਨੂੰ ਪਾਪਾਂ ਤੇ ਵਿਕਾਰਾਂ ਨੂੰ ਬਚਾਉਂਦੇ ਨੇ, ਉਹ ਰਥੀ ਸੂਰਮੇ ਨੇ। ਜਿਹੜੇ ਆਪਣੇ ਇੰਦਰੀਆਂ ਨੂੰ ਵਿਸ਼ਿਆਂ ਵਿਕਾਰਾਂ ਵੱਲੋਂ ਰੋਕਦੇ ਨੇ, ਉਹ ਮਹਾਰਥੀ ਸੂਰਮੇ ਨੇ। ਤੇ ਜਿਹੜੇ ਆਪਣੇ ਮਨ ਦੇ ਫੁਰਨਿਆਂ ਤੇ ਕੰਟਰੋਲ ਕਰਨ ਵਾਲੇ ਨੇ, ਉਹ ਅਤਰਥੀ ਸੂਰਮੇ ਨੇ। ਉਹ ਉਸ ਵਾਹਿਗੁਰੂ ਦੇ ਕਰਮਖੰਡ ਦੇ ਵਿੱਚ ਜਾ ਕੇ ਸੋਭਾ ਪ੍ਰਾਪਤ ਕਰਦੇ ਹਨ। ਤਨ ਮਹਿ ਰਾਮ ਰਹਿਆ ਭਰਪੂਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਜਿਹੜੇ ਕਰਮਖੰਡ ਵਾਲੇ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਇਸ ਤਰ੍ਹਾਂ ਮਹਾਂਪੁਰਖ ਦੱਸਦੇ ਸਨ, ਜਿਵੇਂ ਕੋਈ ਪਾਣੀ ਦਾ ਭਰਿਆ ਹੋਇਆ ਘੜਾ ਤੇ ਆਪਾਂ ਸਾਗਰ ਦੇ ਵਿੱਚ ਰੱਖ ਦਈਏ। ਤਿੰਨਮੈ ਰਾਮ ਰਹਿਆ ਭਰਪੂਰ। ਉਸ ਘੜੇ ਦੇ ਵਿੱਚ ਸਾਗਰ ਵੀ ਤੇ ਘੜੇ ਦਾ ਪਾਣੀ ਦੋਵੇਂ ਹੀ ਓਤ-ਪੋਤ ਰੂਪ ਹੋ ਕੇ ਵਸਦੇ ਨੇ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਕਰਮਖੰਡ ਦੀ ਅਵਸਥਾ ਵਾਲੇ ਮਹਾਂਪੁਰਖ ਨੇ, ਤਿੰਨਮੈ ਰਾਮ ਰਹਿਆ ਭਰਪੂਰ, ਉਹਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਐਨ ਪਰਿਪੂਰਨ ਹੋ ਕੇ ਉਹਨਾਂ ਦੇ ਅੰਦਰ ਵਸ ਰਿਹਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਉਹ ਸੂਰਮੇ ਰਥੀ ਮਹਾਰਥੀ ਸੂਰਮੇ ਉੱਥੇ ਰਹਿੰਦੇ ਨੇ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉੱਥੇ ਸੀਤਾ ਵਰਗੀਆਂ ਜਿਹੜੀਆਂ ਸਤੀਆਂ ਨੇ, ਜਿਹੜੀਆਂ ਪਤੀ ਬ੍ਰਤ ਧਰਮ ਦੇ ਵਿੱਚ ਰਹਿਣ ਵਾਲੀਆਂ ਬੀਬੀਆਂ ਨੇ, ਉਹ ਵੀ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਉੱਥੇ ਹਮੇਸ਼ਾ ਲਈ ਲੱਗੀਆਂ ਰਹਿੰਦੀਆਂ ਨੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਵਾਹਿਗੁਰੂ ਦੀ ਮਹਿਮਾ ਉਚਾਰਨ ਕਰਨ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ। ਜਿਹੜੀਆਂ ਸੀਤਾ ਵਰਗੀਆਂ ਹੋਰ ਸਤੀਆਂ ਨੇ, ਗੁਰਮੁਖ ਬੀਬੀਆਂ ਨੇ, ਉਹ ਵੀ ਉਸ ਕਰਮਖੰਡ ਦੇ ਵਿੱਚ ਜਾ ਕੇ ਵਾਹਿਗੁਰੂ ਦਾ ਕੀਰਤਨ ਕਰਦੀਆਂ ਨੇ, ਉਸ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੀਆਂ ਨੇ। ਤੇ ਜਾਂ ਇਹਨਾਂ ਪੰਕਤੀਆਂ ਦੇ ਅਰਥ ਕਈ ਵਿਦਵਾਨਾਂ ਨੇ ਇਉਂ ਵੀ ਕੀਤੇ ਨੇ, ਤਿੰਨਮੈ ਰਾਮ ਰਹਿਆ ਭਰਪੂਰ, ਵੀ ਜਿੱਥੇ ਉਹ ਰਥੀ ਮਹਾਰਥੀ ਅਤਰਥੀ ਸੂਰਮੇ ਧਰਮੀ ਯੋਧੇ ਨਿਵਾਸ ਕਰਦੇ ਨੇ,
ਔਰ ਉਹਨਾਂ ਦੇ ਵਿੱਚ ਜਿਹੜਾ ਰਾਮਚੰਦਰ ਵਿਸ਼ਨੂੰ ਦਾ ਇੱਕ ਅਵਤਾਰ ਹੋਇਆ, ਜਿਹਨੂੰ ਤ੍ਰੇਤੇ ਦਾ ਅਵਤਾਰ ਤੇ ਮਰਜ਼ਾਦਾ ਪੁਰਸ਼ੋਤਮ ਵੀ ਲਿਖਿਆ ਹੈ, ਰਹਿਆ ਭਰਪੂਰ। ਇਹ ਵੀ ਉੱਥੇ ਉਹਨਾਂ ਸੂਰਮਿਆਂ ਦੇ ਵਿੱਚ ਹੀ ਕਰਮਖੰਡ ਦੇ ਵਿੱਚ ਵਸ ਰਿਹਾ ਹੈ, ਕਿਉਂਕਿ ਹੈ ਤੇ ਉਹ ਵੀ ਮਰਜ਼ਾਦਾ ਪੁਰਸ਼ੋਤਮ ਸੀ ਨਾ, ਉਹਦੀ ਵੀ ਪਦਵੀ ਮਹਾਨ ਸੀ। ਤਿੰਨਵੇਂ ਰਾਮ ਰਹਿਆ ਭਰਪੂਰ, ਜਿਹੜਾ ਇਹ ਰਾਮਚੰਦਰ ਤ੍ਰੇਤੇ ਦਾ ਅਵਤਾਰ ਹੈ, ਕਿਉਂਕਿ ਉਹ ਸੂਰਮਾ ਵੀ ਸੀ, ਧਰਮੀ ਵੀ ਸੀ, ਉਹ ਵੀ ਉਹਨਾਂ ਦੇ ਵਿੱਚ ਹੀ ਵਸ ਰਿਹਾ ਹੈ। ਤੇ ਨਾਲ ਹੀ ਕਹਿੰਦੇ ਜਿੱਥੇ ਰਾਮਚੰਦਰ ਹੈ, ਸੀਤਾ ਵੀ ਸਤੀ ਸੀ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉਥੇ ਸੀਤਾ ਵਰਗੀਆਂ ਇੱਕ ਨਹੀਂ, ਅਨੇਕਾਂ ਸੀਤਾ ਵਰਗੀਆਂ ਹੋਰ ਵੀ ਸਤੀਆਂ ਨੇ, ਜਿਨ੍ਹਾਂ ਸਤੀਆਂ ਦੇ ਬਾਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਸਤੀਆਂ ਉਹ ਨੇ, ਨਾਨਕ ਸਤੀਆ ਜਾਣੀਆਂ ਜੇ ਬਿਰਹੇ ਚੋਟ ਮਰਨ, ਜਿਹੜੇ ਪਤੀ ਦੇ ਵਿਛੋੜੇ ਨੂੰ ਨਹੀਂ ਝੱਲਦੀਆਂ, ਐਸੀਆਂ ਜਿਹੜੀਆਂ ਸਤੀਆਂ ਨੇ ਉਹ ਵੀ ਉੱਥੇ ਹੀ ਵਸਦੀਆਂ ਨੇ। ਇਸੇ ਤਰ੍ਹਾਂ ਜਿਹੜੇ ਹੱਠ ਦੇ ਨਾਲ ਮਰਨ ਵਾਲੀਆਂ, ਉਹਨਾਂ ਨੂੰ ਸਤੀਆਂ ਨਹੀਂ ਆਖਿਆ। ਜਿਹੜੇ ਪ੍ਰੇਮ ਦੇ ਵਿਛੋੜੇ ਨੂੰ ਹੀ ਬਰਦਾਸ਼ਤ ਨਹੀਂ ਕਰਦੀਆਂ, ਕੁਰਬਾਨੀ ਕਰਦੀਆਂ ਨੇ, ਐਸੀਆਂ ਸਤੀਆਂ ਵੀ ਉੱਥੇ ਕਰਮਖੰਡ ਦੇ ਵਿੱਚ ਵਸਦੀਆਂ ਨੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਔਰ ਉਹਨਾਂ ਦਾ ਮਨ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਹਮੇਸ਼ਾ ਲਈ, ਸੀਤਾ ਦਾ ਅਰਥ ਹੈ ਸਿਉਂਤਾ ਰਹਿੰਦਾ, ਉਹਨਾਂ ਦਾ ਮਨ ਵਾਹਿਗੁਰੂ ਦੀ ਹਮੇਸ਼ਾ ਲਈ ਮਹਿਮਾ ਦੇ ਵਿੱਚ, ਵਡਿਆਈ ਦੇ ਵਿੱਚ ਜੁੜਿਆ ਰਹਿੰਦਾ ਹੈ। ਤਿੰਨਵੇਂ ਰਾਮ ਰਹਿਆ ਭਰਪੂਰ, ਵੀ ਉਹਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਤੇ ਰਾਮਚੰਦਰ ਵੀ ਉੱਥੇ ਹੀ ਹੈ, ਤੇ ਸੀਤਾ ਵਰਗੀਆਂ ਸਤੀਆਂ ਵੀ ਉੱਥੇ ਕਰਮਖੰਡ ਦੇ ਵਿੱਚ ਵਸ ਰਹੀਆਂ ਨੇ। ਤੇ ਜਾਂ ਤਿੱਥੈ ਸੀਤੋ ਸੀਤਾ ਦਾ ਅਰਥ ਕਈ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਉੱਥੇ ਸੀਤੋ ਸੀਤਾ, ਵੀ ਸੀਤਲਤਾ ਹੀ ਸੀਤਲਤਾ, ਠੰਡ ਹੀ ਠੰਡ ਉੱਥੇ ਰਹਿੰਦੀ ਹੈ, ਤੇ ਹਮੇਸ਼ਾ ਲਈ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਰੂਹਾਂ ਜੁੜੀਆਂ ਰਹਿੰਦੀਆਂ ਨੇ, ਕਦੇ ਉਹਨਾਂ ਦੇ ਮਨ ਦੇ ਵਿੱਚ ਗਰਮੀ ਆਉਂਦੀ ਹੀ ਨਹੀਂ। ਇਸ ਤਰ੍ਹਾਂ ਇਹ ਵਿਦਵਾਨਾਂ ਨੇ, ਕਿਉਂਕਿ ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਔਰ ਇਹਦੇ ਆਪੋ ਆਪਣੇ ਢੰਗ ਨਾਲ, ਬੁੱਧੀ ਅਨੁਸਾਰ, ਸਮਝ ਦੇ ਅਨੁਸਾਰ ਵਿਦਵਾਨਾਂ ਨੇ ਅਰਥ ਕੀਤੇ ਨੇ। ਪਰ ਵੈਸੇ ਜਦੋਂ ਆਪਾਂ ਸੂਰਬੀਰਾਂ ਦੀ ਗੱਲ ਕਰਦੇ ਹਾਂ, ਧਰਮੀਆਂ ਦੀ ਗੱਲ ਕਰਦੇ ਹਾਂ, ਤੇ ਸਤੀਆਂ ਦੀ ਗੱਲ ਕਰਦੇ ਹਾਂ, ਉੱਥੇ ਰਾਮਚੰਦਰ ਵਰਗੇ ਧਰਮੀ ਸੂਰਮੇ ਵੀ, ਤੇ ਸੀਤਾ ਵਰਗੀਆਂ ਸਤੀਆਂ ਹੋਰ ਬੀਬੀਆਂ ਵੀ, ਉਹਨਾਂ ਨੂੰ ਵੀ ਵਾਹਿਗੁਰੂ ਦੀ ਕਿਰਪਾ ਦੁਆਰਾ ਕਰਮਖੰਡ ਦੇ ਵਿੱਚ ਨਿਵਾਸ ਮਿਲਦਾ ਹੈ। ਤਾਕੇ ਰੂਪ ਨ ਕਥਨੇ ਜਾਹੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਉਹਨਾਂ ਦੇ ਰੂਪ ਨੇ ਨਾ, ਜਿਹੜੇ ਧਰਮੀ ਸੂਰਮੇ ਨੇ, ਰਾਮਚੰਦਰ ਵਰਗੇ ਅਵਤਾਰ ਨੇ, ਧਰਮੀ ਯੋਧੇ ਨੇ, ਤੇ ਸੀਤਾ ਵਰਗੀਆਂ ਸਤ ਪਰਤਗੀ ਹੋਰ ਗੁਰਮੁਖ ਬੀਬੀਆਂ ਨੇ, ਔਰ ਉਹਨਾਂ ਦੇ ਰੂਪ ਇੰਨੇ ਸੁੰਦਰ ਨੇ, ਨਾ ਕਥਨੇ ਜਾਏ, ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਨਾ ਉਹ ਮਰੇ ਨਾ ਠਾਗੇ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾ ਉੱਥੇ ਉਹ ਮਰਦੇ ਹੀ ਹਨ, ਮੌਤ ਦਾ ਡਰ ਵੀ ਉੱਥੇ ਜਾ ਕੇ ਮੁੱਕ ਜਾਂਦਾ ਹੈ, ਨਾ ਠਾਗੇ ਜਾਏ, ਨਾ ਹੀ ਮਾਇਆ ਦੇ ਛਲ ਕਰਕੇ ਕਦੇ ਉਹ ਠੱਗੇ ਹੀ ਜਾ ਸਕਦੇ ਹਨ। ਜਿਨ ਕੈ ਰਾਮ ਵਸੈ ਮਨ ਮਾਹੇ। ਕਿਉਂਕਿ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਰਾਮ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਉਹ ਨਾ ਤੇ ਕਿਸੇ ਤਰ੍ਹਾਂ ਮੌਤ ਦਾ ਹੀ ਸ਼ਿਕਾਰ ਹੁੰਦੇ ਨੇ, ਤੇ ਨਾ ਹੀ ਮਾਇਆ ਕਰਕੇ, ਮਾਇਆ ਦੇ ਛਲ ਛਿਦਰਾਂ ਕਰਕੇ ਠੱਗੇ ਹੀ ਜਾਂਦੇ ਹਨ। ਤਿੱਥੈ ਭਗਤ ਵਸਹਿ ਕੈ ਲੋਏ। ਲੋ ਹਜ਼ੂਰ ਕਹਿੰਦੇ ਨੇ, ਉਥੇ ਕੇ ਲੋ, ਵੀ ਕਿੰਨੇ ਹੀ ਲੋਕਾਂ ਦੇ, ਕੇਵਲ ਇੱਕ ਇਸ ਲੋਕ ਦੇ ਹੀ ਨਹੀਂ, ਕਈ ਹੋਰ ਲੋਕਾਂ ਦੇ ਵੀ ਉਥੇ ਭਗਤ ਵਸਦੇ ਨੇ, ਜਿਹੜੇ ਭਗਤਾਂ ਦਾ ਵੀ ਰਹਿਣ ਦਾ ਅਸਥਾਨ ਕਰਮਖੰਡ ਹੈ। ਧਰਮੀ ਸੂਰਮੇ ਵੀ, ਤੇ ਰਾਮਚੰਦਰ ਵਰਗੇ ਧਰਮੀ ਅਵਤਾਰ ਵੀ, ਸੀਤਾ ਵਰਗੀਆਂ ਸਤੀਆਂ ਵੀ, ਤੇ ਬੰਦਗੀ ਭਗਤੀ ਕਰਨ ਵਾਲੇ ਮਹਾਂਪੁਰਖ ਵੀ ਉਸ ਵਾਹਿਗੁਰੂ ਦੇ ਕਰਮਖੰਡ ਦੇ ਵਿੱਚ ਵਸਦੇ ਹਨ। ਕਰਹਿ ਆਨੰਦ ਸੱਚਾ ਮਨ ਸੋਏ। ਹਜ਼ੂਰ ਕਹਿੰਦੇ ਸੱਚਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਹੈ। ਕਰਹਿ ਆਨੰਦ, ਇਸ ਲਈ ਉਹ ਉੱਥੇ ਜਾ ਕੇ ਹਮੇਸ਼ਾ ਲਈ ਆਨੰਦ ਮਾਣਦੇ ਨੇ। ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਆਪ ਵਸ ਰਿਹਾ, ਵਸਦਾ ਤੇ ਸਾਰਿਆਂ ਅੰਦਰ ਹੀ ਹੈ, ਪਰ ਉਹਨਾਂ ਦੇ ਮਨ ਦੇ ਵਿੱਚ ਪ੍ਰਗਟ ਹੋ ਕੇ, ਸਾਖਿਆਤਕਾਰ ਹੋ ਕੇ ਵਸਦਾ ਹੈ। ਇਸੇ ਲਈ ਉਹ ਵਾਹਿਗੁਰੂ ਦੇ ਪਿਆਰੇ ਭਗਤ ਲੋਕ ਉੱਥੇ ਹਮੇਸ਼ਾ ਲਈ ਆਨੰਦ ਮਾਣਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਕਰਮਖੰਡ ਦੀ ਸੰਪੂਰਨਤਾ ਕੀਤੀ ਹੈ, ਕਿਉਂਕਿ 5 ਖੰਡ ਨੇ,
ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ। ਹੁਣ ਆ ਗਈ ਅਗਲੀ ਸਟੇਜ ਸੱਚਖੰਡ ਦੀ। ਇਹ ਆਖਰੀ ਮੰਜ਼ਿਲ ਹੈ। ਇਹਦੇ ਬਾਰੇ ਵਿਚਾਰ ਆਪ ਸੰਗਤਾਂ ਫਿਰ ਸਰਵਣ ਕਰੋਗੇ। ਹੁਣ ਸਮਾਂ ਵੀ ਸੰਪੂਰਨ ਹੋਇਆ, ਇੱਥੇ ਹੀ ਵਿਚਾਰ ਦੀ ਸਮਾਪਤੀ ਕਰਦੇ ਹਾਂ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿੱਥੇ ਭਗਤ ਵਸੈ ਕਹਿ ਲੋ, ਕਰੇ ਆਨੰਦ ਸੱਚਾ ਮਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।